ਗਗਨਦੀਪ ਨੇ ਹਰ ਟੀਵੀ ਚੈਨਲ ਤੇ ਇੰਟਰਵਿਊਜ਼ ਵਿੱਚ ਪਬਲਿਸਿਟੀ ਕਰਨ ਵਾਸਤੇ ਇਹ ਕਿਹਾ ਕਿ ਅਵਾਰਡ ਉਹਦਾ ਵਾ, ਤੇ ਬਹੁਤ ਸਾਰੀ ਝੂਠੀ, ਬਹੁਤ ਸਾਰੀ ਗਲਤ ਇਨਫੋਰਮੇਸ਼ਨ ਜੋ ਹੈ ਟੀਵੀ ਮੀਡੀਆ ਦੇ ਵਿੱਚ ਪੇਸ਼ ਕੀਤੀ। ਤੇ ਇਹਦੇ ਦੌਰਾਨ ਅਕਤੂਬਰ 2019 ਵਿੱਚ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਦੇ ਵਿੱਚ ਵੀ ਗਗਨਦੀਪ ਨੇ ਅਵਾਰਡ ਨੂੰ ਆਪਣਾ ਨਾਮ ਦਿੱਤਾ। ਇਸ ਕੌਮ ਦੀ ਇਮਾਰਤ ਨੂੰ ਪਪੂਲਰ ਹੋਣ ਵਾਸਤੇ ਇੱਕ ਜ਼ਰੀਆ ਬਣਾਤਾ। ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਜੋ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਹੋਈ ਸੀ, ਉਹਦੇ ਵਿੱਚ ਮੇਰੇ ਬਹੁਤ ਸਤਿਕਾਰਯੋਗ ਸੀਨੀਅਰ ਵੀਰਾਂ ਤੇ ਭੈਣਾਂ ਨੇ ਹਿੱਸਾ ਲਿਆ ਸੀ। ਇਸ ਕਾਨਫਰੰਸ ਦੇ ਵਿੱਚ ਉਹਨਾਂ ਪ੍ਰਾਣੀਆਂ ਨੇ ਹਿੱਸਾ ਲਿਆ ਸੀ ਜੋ ਵਾਕਿਆ ਵਿੱਚ ਕੁਛ ਹੈਗੇ ਨੇ। ਇਹਨਾਂ ਭੈਣ ਭਰਾਵਾਂ ਨੇ ਵਾਕਿਆ ਵਿੱਚ ਹੀ ਸੰਘਰਸ਼ ਕੀਤਾ ਵਾ, ਪੜ੍ਹਾਈ ਲਿਖਾਈ ਕੀਤੀ ਹੈ, ਅਫੋਰਡਸ ਕੀਤੇ ਨੇ, ਝੂਠ ਨਹੀਂ ਬੋਲਿਆ, ਝੂਠ ਦੇ ਸਹਾਰੇ ਪਬਲਿਸਿਟੀ ਨਹੀਂ ਕੀਤੀ। ਮੇਰੇ ਬੜੇ ਸਤਿਕਾਰਯੋਗ ਵੀਰ ਤਨਮਨਜੀਤ ਸਿੰਘ ਜੀ, ਬਹੁਤ ਮੰਨੇ ਹੋਏ ਬ੍ਰਿਟਿਸ਼ ਪੋਲੀਟੀਸ਼ੀਅਨ, ਬੀਬੀ ਮਨਦੀਪ ਕੌਰ ਜੀ, ਬਹੁਤ ਮੰਨੇ ਹੋਏ ਸੀਨੀਅਰ ਬ੍ਰਿਟਿਸ਼ ਪੁਲਿਸ ਅਫਸਰ, ਤੇ ਇੱਕ ਪਾਸੇ ਆਪਣੇ ਗਗਨਦੀਪ ਸਿੰਘ ਜਿਨ੍ਹਾਂ ਨੇ ਝੂਠ ਲਿਖਾਇਆ ਆਪਣੀ ਫੋਟੋ ਥੱਲੇ, ਆਖੇ ਜੀ ਪ੍ਰੈਸੀਡੈਂਟ ਅਵਾਰਡ ਵਿਨਰ ਸਪੇਨ। ਕਿੰਨੀ ਗਲਤ ਗੱਲ ਹੈ। ਇੱਕ ਭਾਸ਼ਾ ਦੇ ਡਿਪਾਰਟਮੈਂਟ ਨੇ ਤੁਹਾਨੂੰ ਦਿੱਤਾ ਹੋਵੇ ਅਵਾਰਡ ਸਿੱਖ ਕਮਿਊਨਿਟੀ ਨੂੰ, ਤੇ ਵਿੱਚ ਪ੍ਰੈਜ਼ੀਡੈਂਟ ਤੇ ਸਪੇਨ ਵਰਗੇ ਤੁਸੀਂ ਵੱਡੇ ਵੱਡੇ ਸ਼ਬਦ ਅੱਖਰ ਐਡ ਕਰਕੇ ਤੇ ਹੋਰ ਪਬਲਿਸਿਟੀ ਇਨਕਰੀਜ਼ ਕਰ ਰਹੇ ਹੋ, ਆਪਣੀ ਪਬਲਿਸਿਟੀ ਹੋਰ ਵਧਾ ਰਹੇ ਹੋ, ਕੋਸ਼ਿਸ਼ ਕਰ ਰਹੇ ਹੋ ਤਾਂ ਜੋ ਸੁਣਨ ਵਾਲੇ ਤੇ ਤੁਹਾਡਾ ਪ੍ਰਭਾਵ ਪਵੇ। ਪਹਿਲੀ ਗੱਲ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਿਆ ਵਾ, ਇੱਕ ਭਾਸ਼ਾ ਦੇ ਡਿਪਾਰਟਮੈਂਟ ਦਾ ਅਵਾਰਡ ਹੈ ਕਤਲੂਨੀਆ ਦੀ ਸਾਰੀ ਸਿੱਖ ਸੰਗਤ ਵਾਸਤੇ। ਉੱਤੋਂ ਇਹਨਾਂ ਨੇ ਅਵਾਰਡ ਨੂੰ ਆਪਣਾ ਬਣਾ ਲਿਆ ਤੇ ਉੱਤੋਂ ਹੋਰ ਝੂਠ ਐਡ ਕਰਤਾ ਮਹਾਨ ਸ਼ੋਅ ਅਪ ਕਰਨ ਵਾਸਤੇ। ਇਹ ਤਾਂ ਉਹੀ ਹਿਸਾਬ ਹੋ ਗਿਆ, ਫੋਰ ਐਗਜ਼ਾਮਪਲ ਜਿੱਦਾਂ ਕਿਸੇ ਨੇ ਮੈਨੂੰ ਪੰਜਾਬ ਦੇ ਵਿੱਚ ਲੋਕਲ ਅਵਾਰਡ ਦਿੱਤਾ ਹੋਵੇ, ਹੈ ਨਾ, ਤੇ ਉਸ ਲੋਕਲ ਅਵਾਰਡ ਨੂੰ ਮੈਂ ਦੱਸਾਂ ਕਿ ਦਿੱਲੀ ਵਿੱਚ ਮੈਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕੋਲੋਂ ਸਟੇਟ ਅਵਾਰਡ ਮਿਲਿਆ ਵਾ। ਕਿੰਨੀ ਗਲਤ ਗੱਲ ਹੈ। ਇੱਕ ਪੰਜਾਬ ਦੇ, ਫੋਰ ਐਗਜ਼ਾਮਪਲ ਤੁਸੀਂ ਇਹਨੂੰ ਐਗਜ਼ਾਮਪਲ ਲਾਵੋ, ਪੰਜਾਬ ਦੇ ਵਿੱਚ ਤੁਹਾਨੂੰ ਕਿਸੇ ਪਿੰਡ ਦੇ ਵਿੱਚੋਂ, ਕਿਸੇ ਸ਼ਹਿਰ ਦੇ ਵਿੱਚੋਂ ਇੱਕ ਅਵਾਰਡ ਮਿਲੇ ਲੋਕਲ, ਤੇ ਤੁਸੀਂ ਉਹਨੂੰ ਕਹੋ ਕਿ ਮੈਨੂੰ ਇੰਡੀਆ ਦੇ ਪ੍ਰੈਜ਼ੀਡੈਂਟ ਦੇ ਕੋਲੋਂ ਦਿੱਲੀ ਸੰਸਦ ਦੇ ਵਿੱਚ ਬਹਿ ਕੇ ਮਿਲਿਆ ਵਾ। ਕਿੰਨੀ ਗਲਤ ਗੱਲ ਹੈ। ਸਰਾਸਰ ਝੂਠ, ਪੈਰ ਪੈਰ ਦੇ ਉੱਤੇ ਪਬਲਿਸਿਟੀ। ਗੁਰੂ ਦੀ ਸੰਗਤ ਦੀ ਇਮਾਰਤ ਦਾ ਇਸਤੇਮਾਲ ਕੀਤਾ ਖੁਦ ਆਪਣੇ ਬੈਨੀਫਿਟ ਵਾਸਤੇ। ਮੈਂ ਚਲੋ ਮੰਨਿਆ ਕਿ ਹਰ ਬੰਦੇ ਦੇ ਮਨ ਵਿੱਚ ਸ਼ੌਂਕ ਹੁੰਦਾ ਵਾ ਮਸ਼ਹੂਰ ਹੁੰਦਾ, ਪਰ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਇਸ ਪੋਸਟਰ ਵਿੱਚ ਮੇਰੇ ਇਹਨਾਂ ਸਾਰੇ ਭੈਣ ਭਰਾਵਾਂ ਨੇ ਕੀਤੀ ਹੈ। ਝੂਠ ਦਾ ਸਾਥ ਨਹੀਂ ਚੱਲਦਾ। ਜੇ ਕਿਸੇ ਦੇ ਮਨ ਵਿੱਚ ਗਲਤ ਫਹਿਮੀ ਹੋਵੇ ਕਿ ਇੰਡੀਆ ਇੰਟਰਨੈਸ਼ਨਲ ਮੀਡੀਆ ਵਿੱਚ ਜਾ ਕੇ ਕੋਈ ਵੀ ਝੂਠ ਬੋਲੀ ਜਾਓ ਮਸ਼ਹੂਰ ਹੋਣ ਵਾਸਤੇ, ਤਾਂ ਉਹ ਬਾਹਲਾ ਸਮਾਂ ਨਹੀਂ ਚੱਲਦਾ। ਸੱਚ ਸਦਾ ਲਈ ਕਾਇਮ ਰਹਿੰਦਾ ਵਾ। ਮੈਂ ਤੁਹਾਨੂੰ ਗੱਲ ਪਹਿਲੇ ਵੀ ਕਹੀ ਸੀ, ਝੂਠ ਦੇ ਪੈਰ ਨਹੀਂ ਹੁੰਦੇ। ਤੇ ਅੱਜ ਕਿਰਪਾ ਹੋ ਗਈ, ਫਿਰ ਦਾਸ ਸੰਗਤ ਸਾਹਮਣੇ ਸੱਚ ਪੇਸ਼ ਕਰ ਰਿਹਾ ਵਾ। ਤੇ ਇਹਦੇ ਦੌਰਾਨ ਇੱਕ ਹੋਰ ਬਹੁਤ ਵੱਡਾ ਝੂਠ ਬੋਲਿਆ ਇਸ ਕਾਨਫਰੰਸ ਦੇ ਵਿੱਚ ਗਗਨਦੀਪ ਸਿੰਘ ਨੇ। ਇੱਕ ਵਾਰੀ ਫਿਰ ਪਬਲਿਸਿਟੀ ਕਰਨ ਵਾਸਤੇ, ਉਹ ਵੀ ਇਮੋਸ਼ਨਲ ਤਰੀਕੇ ਦੇ ਨਾਲ। ਇਹ ਵੀਡੀਓ ਪਹਿਲਾਂ ਦੇਖਿਓ ਜੀ। ਵਾਹਿਗੁਰੂ ਜੀ ਕੀ ਫਤਿਹ। ਜਾਂ ਕਾਲ ਅਚੀਵਰਸ ਇਦਾਂ ਦੇ ਹੁੰਦੇ ਨੇ। ਸਿੱਖੀ ਕਮਾਉਣੀ ਪੈਂਦੀ ਹੈ, ਕੋਈ ਸ਼ੱਕ ਨਹੀਂ। ਜਦੋਂ ਥਾਲੀ 'ਚ ਪਰੋਸ ਕੇ ਮਿਲੀ ਤੇ ਅਸੀਂ ਉਹਦੀ ਕਦਰ ਕਰਾ ਦਿੱਤੀ, ਪਰ ਜਿਨ੍ਹਾਂ ਨੇ ਕੇਸ ਲੜ ਕੇ ਜੱਦੋ-ਜਹਿਦ ਕਰਕੇ ਸ੍ਰੀ ਸਾਹਿਬ ਲਈ ਇੱਕ ਜੰਗ ਵਰਗਾ ਮੁਸ਼ੱਕਤ ਕੀਤੀ, ਉਹਨਾਂ ਨੂੰ ਪਤਾ ਇਹਦਾ ਮਤਲਬ ਕੀ ਹੈ। ਪਰ ਮੈਂ ਉਸ ਮਾਂ ਨੂੰ ਵੀ ਸਿਜਦਾ ਕਰਨਾ ਚਾਹੁੰਦਾ। ਮੈਨੂੰ ਮਾਣ ਹੈ ਕਿ ਅੱਜ ਉਹ ਸਾਡੇ ਨਾਲ ਨੇ ਇੱਥੇ ਬੈਠੇ, ਕਿ ਇੱਕ ਵਾਰੀ ਵੀਰ ਗਗਨਦੀਪ ਸਿੰਘ ਨੂੰ ਰਾਤ, ਉਹਨਾਂ ਨੇ ਜ਼ਿਆਦਾ ਐਕਸਪਲੇਨ ਨਹੀਂ ਕੀਤਾ, ਬਈ ਪੁਲਿਸ ਨੇ ਫੜ ਲਿਆ ਸ੍ਰੀ ਸਾਹਿਬ ਉਹ ਕਕਾਰਾਂ ਦੇ ਚੱਕਰ 'ਚ, ਤੇ ਉਹਨਾਂ ਨੇ ਇੱਕ ਬੜਾ ਪਿਆਰਾ ਜਿਹਾ ਸੌਖਾ ਜਿਹਾ ਸਿਚੁਏਸ਼ਨ ਦਿੱਤੀ ਕਿ ਇੱਦਾਂ ਕਰ ਵੀ ਤੂੰ ਕੇਸ ਕਤਲ ਕਰਾ ਦੇ ਤੇ ਕਿਰਪਾਨ ਲਾ ਦੇ, ਤੇ ਤੂੰ ਜੋ ਕਹੇਗਾ ਸਿਟੀਜ਼ਨਸ਼ਿਪ ਚਾਹੀਦੀ ਤੈਨੂੰ ਹੁਣੇ ਦਿੱਤੀ, ਪਰ ਇਹ ਕਰਨਾ ਪੈਣਾ ਕੰਮ, ਜੋ ਕਹੇਗਾ ਉਹੀ ਮਿਲੇਗਾ ਇਸ ਕੰਟਰੀ 'ਚ, ਪਰ ਤੈਨੂੰ ਇਹ ਸਾਰਾ ਸਿਸਟਮ ਲਾਉਣਾ ਪੈਣਾ। ਸ਼ਾਇਦ ਕੋਈ ਉਹ ਗੁਰੂ ਘਰ ਦਾ ਸ਼ਾਇਦ ਕੇਸ ਸੀ ਨਾ ਗਗਨਦੀਪ ਸਿੰਘ ਵੀਰ ਜੀ, ਉਹ ਕੋਈ ਸੀਗਾ ਵੀ ਸਿੱਖੀ ਦੇ ਉਲਟ ਕੋਈ ਚੀਜ਼ ਸੀਗੀ। ਤੇ ਵੀਰ ਗਗਨਦੀਪ ਸਿੰਘ ਨੇ ਆਪਣੀ ਬੇਬੇ ਨੂੰ ਫੋਨ ਕੀਤਾ ਵੀ ਮੈਂ ਕੀ ਕਰਾਂ, ਮੈਂ ਜਿਸ ਕੰਮ ਇੱਥੇ ਤੁਸੀਂ ਮੈਨੂੰ ਭੇਜਿਆ ਸੀ ਉਹ ਤਾਂ ਇੱਕ ਸਕਿੰਟ 'ਚ ਪੂਰਾ ਹੋ ਰਿਹਾ, ਪਰ ਮੈਨੂੰ ਸਿੱਖੀ ਦੇ ਉਲਟ ਜਾਣਾ ਪੈਣਾ। ਤੇ ਉਸ ਮਾਂ ਨੇ ਉਦੋਂ ਵੀ ਆਖਿਆ ਸੀ ਵੀ ਪੁੱਤ ਸਿੱਖੀ ਬਚਾ ਲਈ,
ਤੇਰੀ ਜਾਨ ਵੀ ਜਾਂਦੀ ਤੇ ਕੋਈ ਫਰਕ ਨਹੀਂ ਪੈਂਦਾ। ਇਸ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਵਿੱਚ ਬਹੁਤ ਇੰਪੋਰਟੈਂਟ ਤੇ ਮਿਹਨਤੀ ਲੋਕ ਬੈਠੇ ਹੋਏ ਨੇ, ਪਰ ਉਹਨਾਂ ਤੋਂ ਅਲੱਗ ਗਗਨਦੀਪ ਆਪਣੀ ਗੱਲ ਖਤਮ ਕਰਨ ਤੋਂ ਬਾਅਦ ਬੈਠ ਗਏ ਸੀ ਤੇ ਜੋ ਗਗਨਦੀਪ ਨੇ ਯੈਲੋ ਦਸਤਾਰ ਵਾਲੇ ਸਿੰਘ ਸਾਹਿਬ ਜੀ ਨੂੰ ਗੱਲ ਕਹੀ ਹੈ ਉਹ ਤਾਂ ਤੁਸੀਂ ਸਾਰਿਆਂ ਨੇ ਸੁਣ ਹੀ ਲਈ ਹੈ। ਸਮਝਣ ਦੀ ਕੋਸ਼ਿਸ਼ ਕਰਿਓ, ਸਭ ਗੱਲ ਪਬਲਿਸਿਟੀ ਤੇ ਆ ਕੇ ਟਿਕਦੀ ਹੈ। ਜੋ ਗਗਨਦੀਪ ਨੇ ਕਿਹਾ ਉਹ ਤੁਸੀਂ ਸਾਰਿਆਂ ਨੇ ਸੁਣ ਲਿਆ। ਕਹਿੰਦੇ ਕਿ ਰਾਤ ਨੂੰ ਸਪੇਨ ਪੁਲਿਸ ਗਗਨਦੀਪ ਦੇ ਘਰ ਆਈ ਤੇ ਕਿਹਾ ਕਿ ਆਪਣਾ ਧਰਮ ਲਾਵੋ ਤੇ ਨੈਸ਼ਨੈਲਿਟੀ ਲਵੋ, ਆਪਣਾ ਧਰਮ ਲਾਵੋ ਤੇ ਜੋ ਮੰਗੋਗੇ ਉਹ ਤੁਹਾਨੂੰ ਮਿਲੇਗਾ। ਇਹ ਗੱਲ 101% ਗਲਤ ਕੀਤੀ ਹੈ ਇਹਨਾਂ ਨੇ ਆਪਣੀ ਫੁੱਲ ਇਮੋਸ਼ਨਲ ਪਬਲਿਸਿਟੀ ਕਰਨ ਵਾਸਤੇ। ਇੱਥੇ ਕੋਈ 84 ਦਾ ਟਾਈਮ ਨਹੀਂ ਚੱਲ ਰਿਹਾ ਹੈਗਾ, ਇੱਥੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ, ਇੰਨੀ ਬੱਚਾ ਵਾਲੀ ਗੱਲ ਕਰਤੀ ਇਹਨਾਂ ਨੇ ਮਸ਼ਹੂਰ ਹੋਣ ਵਾਸਤੇ, ਪਬਲਿਸਿਟੀ ਕਰਨ ਵਾਸਤੇ। ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੁੰਦਾ ਹੈਗਾ। ਸਾਧ ਸੰਗਤ ਜੀਓ, ਆਪਾਂ ਯੂਰਪ ਦੇ ਵਿੱਚ ਰਹਿ ਰਹੇ ਹਾਂ। ਇਹਨਾਂ ਨੇ ਸੋਚਿਆ ਕਿ ਮੀਡੀਆ ਤੇ ਜਾ ਕੇ ਜਿਹੜਾ ਮਰਜ਼ੀ ਝੂਠ ਬੋਲ ਦਵੋ ਤੇ ਆਪਣੀ ਵਾਹਵਾ ਕਰਾ ਲਵੋ, ਇਹ ਗਲਤ ਗੱਲ ਹੈ। ਇਹਨਾਂ ਦਾ ਦਰਅਸਲ ਮਕਸਦ ਹੀ ਇਹ ਸੀ, ਕਹਿੰਦੇ ਕਿ ਮੈਂ ਨੈਸ਼ਨੈਲਿਟੀ ਨੂੰ ਮੈਂ ਸਭ ਕੁਝ ਰਿਜੈਕਟ ਕੀਤਾ ਪਰ ਮੈਂ ਸਿੱਖੀ ਨਹੀਂ ਛੱਡੀ। ਸਮਝਣ ਦੀ ਕੋਸ਼ਿਸ਼ ਕਰਿਓ, ਗੱਲ ਸਾਰੀ ਪਬਲਿਸਿਟੀ ਤੇ ਆ ਕੇ ਖਤਮ ਹੁੰਦੀ ਹੈ, ਪਰ ਇਹਨਾਂ ਨੇ ਬਹੁਤ ਵੱਡੇ ਲੈਵਲ ਦਾ ਝੂਠ ਬੋਲਿਆ ਵਾ। ਇਹ ਸਾਬਿਤ ਕਰ ਰਹੇ ਨੇ ਕਿ ਇਹ ਇੰਨੇ ਮਹਾਨ ਸਿੱਖ ਨੇ ਕਿਉਂਕਿ ਇਹਨਾਂ ਨੇ ਸਿੱਖੀ ਰੱਖੀ ਤੇ ਨੈਸ਼ਨੈਲਿਟੀ ਨੂੰ ਠੋਕਰ ਮਾਰੀ। ਇਨਸਾਨ ਝੂਠ ਬੋਲਦਿਆਂ ਇੰਨਾ ਵੀ ਦੂਰ ਨਾ ਪਹੁੰਚ ਜਾਵੇ ਕਿ ਉਹਨੂੰ ਖੁਦ ਨੂੰ ਵੀ ਮਹਿਸੂਸ ਨਾ ਹੋਵੇ ਕਿ ਉਹ ਕਿੱਥੇ ਪਹੁੰਚ ਗਿਆ ਵਾ, ਉਹ ਕੀ ਗੱਲਾਂ ਕਰ ਰਿਹਾ ਵਾ। ਉਹਨੂੰ ਖੁਦ ਨੂੰ ਵੀ, ਇਸ ਇਨਸਾਨ ਨੂੰ ਮਹਿਸੂਸ ਨਹੀਂ ਹੁੰਦਾ ਕਿ ਉਹ ਜਿਹੜੀਆਂ ਗੱਲਾਂ ਕਰ ਰਿਹਾ ਵਾ ਉਹ ਬਿਲਕੁਲ ਬੱਚਿਆਂ ਵਾਲੀ ਗੱਲਾਂ ਨੇ, ਨਿਆਣਪੁਣੇ ਵਾਲੀ ਗੱਲਾਂ ਨੇ। ਪਹਿਲੀ ਗੱਲ ਤੇ ਏਦਾਂ ਦਾ ਇੱਥੇ ਕੁਝ ਵੀ ਨਹੀਂ ਹੁੰਦਾ ਹੈਗਾ, ਤੇ ਬਾਕੀ ਬਹੁਤ ਗਲਤ ਗੱਲ ਇਹਨਾਂ ਨੇ ਕੀਤੀ ਟੀਵੀ ਉੱਪਰ ਆਪਣੀ ਵਾਹਵਾ ਕਰਾਉਣ ਵਾਸਤੇ। ਗਲਤ ਗੱਲ ਹੈ, ਝੂਠ ਗੱਲ ਕੀਤੀ, ਜੋ ਇਹਨਾਂ ਨੇ ਝੂਠੀ ਸਿਚੁਏਸ਼ਨ ਬਣਾਈ ਹੈ। ਜੋ ਇਹਨਾਂ ਨੇ, ਮੈਂ ਪਹਿਲੇ ਵੀ ਕਿਹਾ ਸੀ, ਫੋਕੀਆਂ ਗੱਲਾਂ ਦਾ ਕੋਈ ਵੀ ਫਾਇਦਾ ਨਹੀਂ ਹੈਗਾ। ਝੂਠ ਬੋਲ ਕੇ ਮੀਡੀਆ ਸਾਹਮਣੇ ਕੀ ਲੈਣਾ ਚਾਹੁੰਦੇ ਹੋ? ਤਰੱਕੀ ਭਾਈ ਸਾਹਿਬ ਜੀ ਇਦਾਂ ਨਹੀਂ ਹੁੰਦੀ ਹੈਗੀ ਝੂਠ ਬੋਲ ਕੇ। ਸੰਗਤ ਜੀ, ਮੈਂ ਤੁਹਾਡਾ ਇੱਕ ਵਾਰੀ ਫੇਰ ਇਹ ਕਨਫਿਊਜ਼ਨ ਤੁਹਾਡੀ ਦੂਰ ਕਰ ਦਵਾਂ, ਇੱਥੇ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਹੈਗਾ, ਸਭ ਝੂਠ ਹੈ। ਮਤੇ ਮੇਰੇ ਹੁਣ ਕੁਛ ਇੱਥੇ ਵੀਰ ਪਹੁੰਚੇ ਹੁਣ ਨੈਸ਼ਨੈਲਿਟੀ ਲੈਣ ਵਾਸਤੇ। ਇੱਥੇ ਕੋਈ ਕਿਸੇ ਨੂੰ ਵੀ ਇਹ ਨਹੀਂ ਕਹਿੰਦਾ ਕਿ ਆਪਣਾ ਧਰਮ ਲਾਵੋ ਤੇ ਨੈਸ਼ਨੈਲਿਟੀ ਚੱਕੋ। ਇਹ ਸਭ ਇਮੋਸ਼ਨਲ ਪ੍ਰੋਪੋਗੰਡਾ ਵਾ, ਪਬਲਿਸਿਟੀ ਆਪਣੀ ਕਰਨ ਵਾਸਤੇ, ਆਪਣੇ ਆਪ ਨੂੰ ਵਿਚਾਰਾ ਸਾਬਿਤ ਕਰਨ ਵਾਸਤੇ, ਆਪਣੇ ਆਪ ਨੂੰ ਮਹਾਨ ਸਾਬਿਤ ਕਰਨ ਵਾਸਤੇ। ਹੁਣ ਜੇ ਆਪਾਂ ਪ੍ਰੋਪਰ ਧਰਮ ਵਾਲੇ ਪਾਸੇ ਚਲ ਜਾਈਏ ਤੇ ਫਿਰ ਇਹਨਾਂ ਦੀ ਆਹ ਵਾਲੀ ਵੀਡੀਓ ਦੇਖਿਓ ਜੀ। Quan jo vaig venir aquí i va venir Isidora, no? Li vaig saludar d'una manera molt respectuosa, com si fem a Índia. Li vaig tocar els peus i allà va quedar, noi, què estàs fent, no? Després li vaig explicar que és una que salutació que fem a Índia amb molt respecte amb els pares o amb gent gran. ਆਪਣੇ ਇੱਥੇ ਟਾਊਨ ਹਾਲ ਤੋਂ ਰੈਗੂਲਰਲੀ ਆਫੀਸਰਸ ਗੁਰਦੁਆਰਾ ਸਾਹਿਬ ਆਉਂਦੇ ਨੇ ਸਾਡੇ ਧਰਮ ਨੂੰ ਜਾਣਨ ਵਾਸਤੇ, ਤੇ ਗਗਨਦੀਪ ਕਹਿ ਰਹੇ ਨੇ ਕਿ ਇੱਕ ਬੀਬੀ ਆਈ ਸੀ ਟਾਊਨ ਹਾਲ ਆਫਿਸ ਚੋਂ ਤੇ ਇਹਨਾਂ ਨੇ ਉਸ ਬੀਬੀ ਦੇ ਪੈਰਾਂ ਨੂੰ ਹੱਥ ਲਗਾ ਕੇ ਤੇ ਮੱਥਾ ਟੇਕਿਆ ਥੱਲੇ ਹੋ ਕੇ। ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਜਿਆ ਸਿੰਘ ਕਿਸੇ ਨੂੰ ਮੱਥਾ ਟੇਕ ਰਿਹਾ ਵਾ, ਇਸ ਤੋਂ ਵੱਡਾ ਅਪਮਾਨ ਗੁਰੂ ਸਾਹਿਬ ਦਾ ਹੋਰ ਕੋਈ ਵੀ ਨਹੀਂ ਹੋ ਸਕਦਾ। ਇਹ ਫੁੱਲ ਬੇਅਦਬੀ ਹੈ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਦੀ, ਗੁਰੂ ਸਾਹਿਬ ਜੀ ਦੀ ਮਰਿਆਦਾ ਦੀ। ਅੰਮ੍ਰਿਤਧਾਰੀ ਆਪਣਾ ਸਿਰ ਗੁਰੂ ਸਾਹਿਬ ਜੀ ਨੂੰ ਦੇ ਚੁੱਕਾ ਹੁੰਦਾ ਵਾ ਤੇ ਇਹ ਸਿਰ ਹੋਰ ਕਿਸੇ ਦੇ ਅੱਗੇ ਵੀ ਨਹੀਂ ਝੁਕ ਸਕਦਾ, ਭਾਵੇਂ ਜਿਹੜਾ ਮਰਜ਼ੀ ਹੋਵੇ। ਕਹਿੰਦੇ ਗਗਨਦੀਪ ਕਹਿੰਦੇ ਨੇ ਕਿ ਉਸ ਬੀਬੀ ਨੂੰ ਇਹਨਾਂ ਨੇ ਰਿਸਪੈਕਟ ਸ਼ੋ ਕੀਤੀ ਹੈ, ਭਾਵੇਂ ਜਿਹੜਾ ਮਰਜ਼ੀ ਹੋਵੇ। ਬੀਬੀ, ਬੰਦਾ, ਬਜ਼ੁਰਗ, ਗੁਰੂ ਮਹਾਰਾਜ ਦੇ ਸਿਧਾਂਤਾਂ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈਗਾ। ਤੇ ਇਹ ਜੋ ਤੁਸੀਂ ਗੋਰਿਆਂ ਦੀ ਚਾਪਲੂਸੀ ਕਰਦੇ ਰਹਿੰਦੇ ਹੋ ਨਾ, ਇਹਦਾ ਕੋਈ ਵੀ ਫਾਇਦਾ ਨਹੀਂ ਹੈਗਾ। ਤੁਸੀਂ ਜਿੱਥੇ ਜਾਂਦੇ ਹੋ ਉਸ ਸਿਚੁਏਸ਼ਨ ਦੇ ਵਿੱਚ ਅਡੈਪਟ ਕਰਕੇ ਤੇ ਉਸ ਸਿਚੁਏਸ਼ਨ ਦੇ ਨਾਲ ਤੁਸੀਂ ਚਾਪਲੂਸੀ ਕਰਦੇ ਹੋ, ਆਪਣਾ ਬੈਨੀਫਿਟ ਲੱਭਦੇ ਹੋ। ਕਿੰਨਾ ਵੱਡਾ ਤੁਸੀਂ ਹੁਣ ਜਿਹੜਾ ਇਹ ਅਪਮਾਨ ਕੀਤਾ ਵਾ, ਇਹ ਬਹੁਤ ਗਲਤ ਗੱਲ ਹੈ। ਸੈਂਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਸਾਧ ਸੰਗਤ ਜੀ, ਹੁਣ ਜ਼ਰਾ ਇਹਨਾਂ ਦੀ ਆਹ ਵਾਲੀ ਵੀਡੀਓ ਵੇਖਿਓ। ਗਗਨਦੀਪ ਕਹਿ ਰਹੇ ਨੇ ਕਿ ਸ਼ੁਰੂ ਤੋਂ ਹੀ ਇਹਨਾਂ ਦਾ ਸੁਪਨਾ ਸੀ ਕਮਿਊਨਿਟੀ ਦੇ ਵਿੱਚ ਤੇ ਆਪਣੇ ਸ਼ਹਿਰ ਦੀ ਸੁਸਾਇਟੀ ਦੇ ਵਿੱਚ ਮਹਾਨ ਹੋਣਾ, ਮਸ਼ਹੂਰ ਹੋਣਾ। ਮੈਂ ਪਹਿਲੇ ਵੀ ਕਿਹਾ ਸੀ ਇਹ ਸਭ ਕੁਝ ਠੀਕ ਹੈ, ਚਲੋ ਇਹਨਾਂ ਦੀ ਪ੍ਰਾਈਵੇਟ ਲਾਈਫ ਹੈ, ਜੋ ਮਰਜ਼ੀ ਕਰਨਾ, ਆਪਾਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਹੈਗੇ, ਪਰ ਧਰਮ ਦੇ ਨਾਲ ਗਲਤ ਕਰਕੇ ਨਹੀਂ। ਧਰਮ ਦੇ ਨਾਲ ਝੂਠ ਬੋਲ ਕੇ ਮਹਾਨ ਹੋਣ ਦੀ ਲੋੜ ਨਹੀਂ ਹੈਗੀ। ਆਪਣੇ ਸਿਰ ਤੇ ਕਰੋ ਜੋ ਵੀ ਕਰਨਾ ਵਾ, ਪੜ੍ਹਾਈ ਲਿਖਾਈ ਕਰੋ, ਅਸਲੀ ਸੇਵਾ ਕਰੋ। Jo tenia 18 anys quan vaig sortir de casa, doncs la meva joventut i passos importants, sigui dins de la comunitat, tenir un paper important o dins de la societat d'aquí o al poble Badalona.
ਇਸ ਦੌਰਾਨ ਗਗਨਦੀਪ ਨੇ ਇੱਕ ਹੋਰ ਗਲਤ ਗੱਲ ਕੀਤੀ ਹੈ, ਜਰਾ ਇਹਨਾਂ ਦੀ ਆਹ ਵਾਲੀ ਵੀਡੀਓ ਵੇਖਿਓ। ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਿਲਕੁਲ ਉਹਦੀ ਹੁਣ ਕੋਈ ਵੀ ਸਿੱਖਿਆ ਸਾਰੇ ਸ਼੍ਰੀ ਸਾਹਿਬ ਪਾਉਂਦੇ, ਕਿਸੇ ਨੂੰ ਕੋਈ ਮੁਸ਼ਕਲ ਨਹੀਂ। ਕਹਿੰਦੇ ਕਿ ਹੁਣ ਕਿਰਪਾਨ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਜਦੋਂ ਮਰਜ਼ੀ ਜਿੱਥੋਂ ਮਰਜ਼ੀ ਪਾ ਕੇ ਜਾ ਸਕਦੇ ਹਾਂ। ਇਹ ਵੀ ਇਹਨਾਂ ਨੇ ਗਲਤ ਗੱਲ ਕੀਤੀ ਹੈ ਟੀਵੀ ਉੱਪਰ। ਇਹ ਕਹਿ ਕੇ ਟੀਵੀ ਉੱਪਰ ਆਪਣੀ ਪਬਲਿਸਿਟੀ ਕਰ ਰਹੇ ਨੇ, ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸੁਣਨ ਵਾਲਾ ਸੋਚੇ ਕਿ ਗਗਨਦੀਪ ਦੇ ਕਰਕੇ ਕਿਰਪਾਨ ਹੁਣ ਲੀਗਲ ਹੋ ਚੁੱਕੀ ਹੈ ਇੱਥੇ। ਇਹ ਗਲਤ ਗੱਲ ਹੈ। ਦਾਸ ਨੂੰ ਖੁਦ ਕਈ ਵਾਰੀ ਰੋਕਿਆ ਹੋਇਆ ਕਿਰਪਾਨ ਕਰਕੇ, ਕਈ ਵਾਰੀ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਹੈ ਉਹਨਾਂ ਦੇ ਨਾਲ। ਆਪਣੇ ਕਿੰਨੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਇੱਥੇ, ਅਜੇ ਤੱਕ ਵੀ ਜੁਰਮਾਨੇ ਪੈਂਦੇ ਨੇ। ਚਲੋ ਆਪਾਂ ਇਸ ਗੱਲ ਨੂੰ ਵੀ ਸਮਝਦੇ ਹਾਂ ਕਿ ਅਣਜਾਣ ਵਾਸਤੇ, ਇੱਥੇ ਦੇ ਲੋਕਾਂ ਵਾਸਤੇ ਇੱਕ ਹਥਿਆਰ ਹੈ ਕਿਰਪਾਨ। ਚਲੋ ਇਹਦਾ ਕੋਈ ਗੱਲ ਨਹੀਂ, ਇਹ ਆਪਾਂ ਸੋਲਵ ਕਰ ਸਕਦੇ ਹਾਂ ਪ੍ਰੋਬਲਮ। ਪਰ ਐਦਾਂ ਜੋ ਗਗਨਦੀਪ ਗਲਤ ਗੱਲ ਕਰ ਰਹੇ ਨੇ ਟੀਵੀ ਉੱਪਰ, ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਦੇ ਕਰਕੇ ਹੁਣ ਕਿਰਪਾਨ ਲੀਗਲ ਹੈ, ਪ੍ਰੋਪਰ ਹੈ, ਇਹ ਗਲਤ ਗੱਲ ਹੈ। ਬਾਰ-ਬਾਰ ਪਬਲਿਸਿਟੀ, ਬਾਰ-ਬਾਰ ਮੀਡੀਆ ਉੱਪਰ ਝੂਠ। ਗਗਨਦੀਪ ਵਿਕਾਸ ਕਰਕੇ, ਤਰੱਕੀ ਕਰਕੇ, ਅਸਲੀ ਸੇਵਾ ਕਰਕੇ ਬੰਦਾ ਟੀਵੀ ਤੇ ਦਾਵੇ ਤਾਂ ਫਿਰ ਵੀ ਸਮਝ ਆਉਂਦੀ ਹੈ, ਪਰ ਇੰਜ ਫੋਕੀਆਂ ਗੱਲਾਂ ਦੇ ਨਾਲ ਨਹੀਂ। ਬੜਾ ਸ਼ੌਂਕ ਹੈ ਅੱਜ ਕੱਲ ਕਈਆਂ ਨੂੰ ਮਸ਼ਹੂਰ ਹੁੰਦਾ ਵੀ ਝੂਠ ਦਾ ਸਹਾਰਾ ਲੈ ਕੇ। ਇਹ ਕਹਿੰਦੇ ਨੇ ਕਿ 10 ਸਾਲ ਇਹਨਾਂ ਨੇ ਸੇਵਾ ਕੀਤੀ ਹੈ ਟੋਟਲ। ਦੇਖੋ, ਨਾ ਤੇ ਸਾਡੀ ਕਿਰਪਾਨ ਰਜਿਸਟਰਡ ਹੈ ਲੀਗਲ ਤੌਰ ਤੇ, ਨਾ ਸਾਡੇ ਧਰਮ ਬਾਰੇ ਪੜ੍ਹਾਇਆ ਜਾਂਦਾ ਵਾ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਹੋਰ ਧਰਮਾਂ ਬਾਰੇ ਦੱਸਿਆ ਜਾਂਦਾ ਵਾ। ਚਲੋ ਇਹ ਸਭ ਕੁਝ ਤਾਂ ਹੀ ਹੋਏਗਾ ਨਾ ਜੇ ਆਪਣਾ ਧਰਮ ਰਜਿਸਟਰਡ ਹੋਵੇ ਲੀਗਲੀ। ਕੀ ਵਿਕਾਸ ਕੀਤਾ? ਕੁਝ ਵੀ ਨਹੀਂ ਕੀਤਾ। ਮੁਸਲਮਾਨ, ਯਹੂਦੀ ਸਭ ਧਰਮ ਦਰਜ ਨੇ, ਪਰ ਸਾਡਾ ਧਰਮ ਰਜਿਸਟਰਡ ਨਹੀਂ ਹੈ। 10 ਸਾਲ ਥੋੜੇ ਨਹੀਂ ਹੁੰਦੇ ਸਾਧ ਸੰਗਤ ਜੀਓ। ਕੋਈ ਵਿਕਾਸ ਨਹੀਂ, ਕੁਛ ਨਹੀਂ, ਪਰ ਟੀਵੀ ਉੱਤੇ ਝੂਠ ਬੋਲਣ ਲੱਗੇ ਤੇ ਮਸ਼ਹੂਰ ਹੋਣ ਲੱਗੇ ਨੰਬਰ 1। ਬੰਦੇ ਨੇ ਜੇ ਦਿਲ ਲਾ ਕੇ ਸੇਵਾ ਕਰਨੀ ਹੋਵੇ ਨਾ, ਜੇ ਆਪਣਾ ਕਮਰ ਕਸਾ ਕਰ ਲਵੇ ਤਾਂ ਜਲਦੀ ਤੋਂ ਜਲਦੀ ਸਭ ਕੁਝ ਕੀਤਾ ਜਾ ਸਕਦਾ ਵੈ। ਦਾਸ ਨੂੰ ਪਤਾ ਵੇ ਨਾ, ਟੋਟਲੀ ਸਾਡਾ ਧਰਮ ਹੀ ਰਜਿਸਟਰਡ ਨਹੀਂ ਹੈਗਾ। ਅੱਗੇ ਹੋਰ ਆਪਾਂ ਕੀ ਗੱਲ ਕਰੀਏ? ਤੇ ਟੀਵੀ ਉੱਪਰ ਆ ਕੇ ਪ੍ਰਸ਼ੰਸਾ ਕਰਨ ਨੂੰ ਅੱਜ ਕੱਲ੍ਹ ਲੋਕ ਮਿੰਟ ਲਗਾਉਂਦੇ ਨੇ। ਆਪਣੀ ਵਾਹਵਾ ਦੇ ਮਗਰ ਪਈ ਹੈ ਸਾਰੀ ਦੁਨੀਆ। ਗੁਰੂ ਸਾਹਿਬ ਨੂੰ ਤਾਂ ਸਾਰੇ ਭੁੱਲ ਹੀ ਚੁੱਕੇ ਹਾਂ ਆਪਾਂ ਸੰਗਤ ਜੀ। ਗੁਰੂ ਜੀ ਦੀ ਫਤਿਹ ਕਰਾਂਗੇ ਤੇ ਆਪਣੀ ਫਤਿਹ ਆਟੋਮੈਟਿਕਲੀ ਹੋ ਜਾਏਗੀ। ਲੋੜ ਨਹੀਂ ਪਏਗੀ ਫਿਰ ਥਾਂ ਥਾਂ ਤੇ ਜਾ ਕੇ ਮਹਿਮਾ ਆਪਣੀ ਕਰਾਉਣ ਦੀ। ਸਾਧ ਸੰਗਤ ਜੀ, ਇਹ ਆਪ ਜੀ ਦੇ ਨਾਲ ਕੁਝ ਗੱਲਾਂ ਦੀ ਸਾਂਝ ਪਾਈ ਹੈ। ਇਹ ਕੋਈ ਪਰਸਨਲ ਜਾਂ ਫੈਮਿਲੀ ਮੈਟਰ ਨਹੀਂ ਹੈਗਾ, ਇਹ ਸਾਡੀ ਸਾਰੀ ਕੌਮ ਦਾ ਇਸ਼ੂ ਹੈ। ਤੇ ਇਸ ਲਈ ਦਾਸ ਪਹਿਲੇ ਦਿਨ ਤੋਂ ਹੀ ਕਤਲੂਈਆਂ ਦੀ ਸੰਗਤ ਦੇ ਨਾਲ ਬੈਠ ਕੇ ਸ਼ਾਂਤੀਪੂਰਵਕ ਗੱਲ ਕਰਨਾ ਚਾਹੁੰਦਾ ਸੀ, ਪਰ ਗਗਨਦੀਪ ਤੇ ਉਹਨਾਂ ਦੇ ਸਾਥੀ ਇਹ ਕਦੀ ਨਹੀਂ ਸੀ ਚਾਹੁੰਦੇ ਕਿ ਇਹ ਸਾਰੀਆਂ ਗੱਲਾਂ ਸੰਗਤ ਦੇ ਸਾਹਮਣੇ ਆਉਣ। ਪਿਛਲੇ 1.5 ਮਹੀਨੇ ਤੋਂ ਮੈਨੂੰ ਮੈਸੇਜ ਆ ਰਹੇ ਨੇ ਪ੍ਰਾਈਵੇਟ ਗੱਲਬਾਤ ਕਰਨ ਦੇ, ਤਾਂ ਜੋ ਇਹ ਗੱਲ ਕਮਿਊਨਿਟੀ ਦੇ ਸਾਹਮਣੇ ਨਾ ਖੁੱਲੇ। ਇਹਨਾਂ ਦੇ ਸਾਥੀ ਦਾਸ ਨੂੰ ਅਤੇ ਉਸ ਹਰ ਇੱਕ ਸੰਗਤ ਦੇ ਪ੍ਰਾਣੀ ਨੂੰ ਜਿਹੜਾ ਸੱਚ ਬੋਲੇ ਕੁੱਟਣ ਤੇ ਮਾਰਨ, ਦਬਾਉਣ ਨੂੰ ਫਿਰਦੇ ਨੇ। ਮੈਂ ਬਹੁਤ ਕੋਸ਼ਿਸ਼ ਕੀਤੀ ਸੰਗਤ ਦੇ ਨਾਲ ਗੱਲ ਕਰਨ ਦੀ, ਤਾਂ ਜੋ ਸਾਰੀ ਕਮਿਊਨਿਟੀ ਨੂੰ ਗੱਲ ਦਾ ਪਤਾ ਲੱਗੇ, ਪਰ ਇਹਨਾਂ ਦਾ ਇਰਾਦਾ ਸ਼ੁਰੂ ਤੋਂ ਹੀ ਗੱਲ ਰਫਾ ਦਫਾ ਕਰਨ ਦਾ ਸੀ। ਇਹਨਾਂ ਨੇ ਧਮਕੀ ਦਿੱਤੀ ਕਿ ਜਿੱਥੇ ਇਕੱਠੇ ਹੋਏ ਉੱਥੇ ਹੀ ਆ ਕੇ ਖੱਪ ਪਾਣਗੇ, ਲੜਾਈ ਕਰਨਗੇ ਇਹਨਾਂ ਦੇ ਬੰਦੇ। ਇਹ 3 ਵੀਡੀਓ ਵੇਖਿਓ ਜੀ, ਜਿਹਦੇ ਵਿੱਚ ਕਿ ਗਗਨਦੀਪ ਦਾ ਇਹ ਸਾਥੀ ਸਾਨੂੰ ਮਾਰਨ ਕੁੱਟਣ ਦੀ ਧਮਕੀ ਦੇ ਰਿਹਾ ਵਾ। ਉਸ ਹਰ ਇੱਕ ਇਨਸਾਨ ਨੂੰ ਕੁੱਟਣ ਦੀ ਧਮਕੀ ਦੇ ਰਿਹਾ ਵਾ ਜਿਹੜਾ ਕਮਿਊਨਿਟੀ ਦੇ ਵਿੱਚ ਸਵਾਲ ਜਵਾਬ ਕਰੇ, ਜਿਹੜਾ ਇਹਨਾਂ ਦੇ ਅੱਗੇ ਬੋਲੇ, ਜਿਹੜਾ ਕੋਈ ਵੀ ਕੁਐਸਚਨ ਕਰੇ, ਸੱਚ ਦੇ ਉੱਤੇ ਪਹਿਰਾ ਦੇਵੇ। ਲਾਈਵ ਫੇਸਬੁੱਕ ਦੇ ਉੱਤੇ ਹੋ ਕੇ ਖਤਮ ਕਰਨ ਦੀਆਂ ਧਮਕੀਆਂ ਦੇ ਰਹੇ ਨੇ ਗਗਨਦੀਪ ਦੇ ਇਸ਼ਾਰਿਆਂ ਤੇ। ਤੁਸੀਂ ਆਪ ਹੀ ਸੁਣ ਲਵੋ ਉਹਨਾਂ ਦੀ 3 ਵੀਡੀਓ। ਬਾਕੀ ਕਿਤੇ ਡਿੱਕੇ ਚੜ ਗਿਆ ਨਾ, ਤੈਨੂੰ ਦੱਸਾਂਗੇ ਮਸੰਦ ਕਹਿੰਦੇ ਕਿਹਨੂੰ ਆ। ਧੱਕੇ ਚੜ ਜਵੇ ਸਹੀ, ਜਿਹੜੇ ਇਹਦੇ ਪਿੱਛੇ ਬੰਦੇ ਦੇ ਬੋਲਦੇ ਕਿਤੇ ਉਹ ਮਿਲ ਜਾਣਾ ਮੈਨੂੰ। ਹਾਂ ਦੀਪੇ ਭਾ, ਕੀ ਹਾਲ ਚਾਲ ਆ? ਉਹ ਕਿਤੇ ਮਿਲ ਜਾਣਾ ਮੈਨੂੰ ਜਿਹੜੇ ਪਿੱਛੇ ਬੰਦੇ ਬੋਲਦੇ ਇਹਦੇ। ਸਾਲਿਆਂ ਦੀਆਂ ਅੱਧੀਆਂ ਦਾੜੀਆਂ ਕੱਟ ਕੇ ਨਾ ਖੜੇ ਕਰਕੇ ਨਾ ਫੇਸਬੁੱਕਾਂ ਤੇ ਪਾਏ ਸਾਲੇ, ਉਹ ਮਸੰਦ ਇਹਨੂੰ ਕਹਿੰਦੇ ਆ। ਤੇ ਕੱਲ੍ਹ ਨੂੰ ਜੇ ਰੱਖਦੇ ਵੀ ਆ, ਕੋਈ ਨਾ ਕੋਈ ਉੱਥੇ ਘਟਨਾ ਹੁੰਦੀ ਆ ਗੁਰਦੁਆਰੇ ਦੇ ਵਿੱਚ, ਤਾਂ ਉਹਦੇ ਜ਼ਿੰਮੇਵਾਰ ਇਹ ਖੁਦ ਹੋਣਗੇ। ਉਹ 'ਚ ਅਸੀਂ ਕੋਈ ਨਹੀਂ ਜ਼ਿੰਮੇਵਾਰ ਹੋਵਾਂਗੇ, ਉਹ ਇਹ ਹੋਣਗੇ। ਆਪਾਂ ਤਾਂ ਇਹ ਗੱਲ ਹੁਣ ਕਹਿ ਰਹੇ ਹਾਂ, ਬਾਕੀ ਇਹਨਾਂ ਦੀ ਮਰਜ਼ੀ ਆ ਇਹ ਰੱਖਣਾ। ਇਹਨਾਂ ਬੰਦਿਆਂ ਨੇ ਜਿਹੜੇ ਪਿੱਛੇ ਬੰਦੇ ਸੀਗੇ ਨਾ, ਪਤਾ ਤਾਂ ਆਪਾਂ ਨੂੰ ਕਾਫੀਆਂ ਨੂੰ ਲੱਗ ਹੀ ਗਿਆ ਕਿ ਬੰਦੇ ਪਿੱਛੇ ਕੌਣ ਬੋਲਦੇ ਸੀਗੇ। ਆਪਣੇ ਮੂਹਰੇ ਆ ਹੀ ਗਿਆ। ਹੁਣ ਉਹ ਬੰਦਿਆਂ ਨੂੰ ਮੈਂ ਫੋਨ ਕਰਤੇ, ਅੱਜ 1-2 ਨੂੰ ਤਾਂ ਮੈਂ ਫੋਨ ਕਰਤੇ ਆ ਜਿਹੜੇ ਬੰਦਿਆਂ ਦੀ ਪਿੱਛੋਂ ਸਪੋਰਟ ਸੀਗੀ। ਮੈਂ ਕਿਹਾ ਆਓ ਤੁਹਾਡੀਆਂ ਸਾਲਿਓ ਅੱਧੀਆਂ ਦਾੜੀਆਂ ਲਾ ਕੇ ਨਾ ਤੁਹਾਨੂੰ ਉਹਨਾਂ ਮਸੰਦ ਕਹਾਇਆ ਤਾਂ ਤੁਸੀਂ ਕੀ ਯਾਦ ਕਰੋਗੇ। ਜੇ ਕੋਈ ਜੀ ਕਰੇ ਤਾਂ ਫਿਰ ਠੀਕ ਹੈ, ਪਰ ਜੇ ਸਾਨੂੰ ਪਤਾ ਲੱਗਾ ਵਾ ਕਿ ਕਮਿਊਨਿਟੀ ਦੇ ਵਿੱਚ ਕਈ ਕੰਮ ਗਲਤ ਹੋ ਰਹੇ ਨੇ ਤਾਂ ਫਿਰ ਸਾਨੂੰ ਮਾਰਨ ਨੂੰ ਫਿਰਦੇ ਨੇ। ਇਹ ਸਾਰੇ ਰਲ ਮਿਲ ਕੇ ਅਸਲ ਵਿੱਚ ਦਹਿਸ਼ਤ ਪਾਉਂਦੇ ਨੇ ਕਮਿਊਨਿਟੀ ਦੇ ਉੱਤੇ। ਇਹਨਾਂ ਦਾ ਇੱਕ ਸਾਥੀ ਮੈਨੂੰ ਪ੍ਰਾਈਵੇਟਲੀ 2 ਹਫ਼ਤੇ ਪਹਿਲੇ ਮਿਲ ਕੇ ਗਿਆ ਸੀ
ਉਹਨੇ ਮੈਨੂੰ ਕਿਹਾ ਕਿ ਜੇ ਗਗਨਦੀਪ ਕੋਲੋਂ ਪ੍ਰਾਈਵੇਟ ਮਾਫੀ ਮੰਗਾ ਦਈਏ ਤਾਂ ਫਿਰ ਮੈਂ ਖੁਸ਼ ਹਾਂ। ਮੇਰਾ ਜਵਾਬ ਇਹ ਸੀ ਕਿ ਸਭ ਤੋਂ ਪਹਿਲਾਂ ਤੁਸੀਂ ਇਹਦਾ ਮਤਲਬ ਆਪਣੀ ਗਲਤੀ ਨੂੰ ਮੰਨਦੇ ਹੋ, ਤੇ ਦੂਜੀ ਗੱਲ, ਮੈਂ ਕੋਈ ਨਹੀਂ ਹੁੰਦਾ ਹੈਗਾ ਮਾਫੀ ਦੇਣ ਵਾਲਾ। ਮੇਰੀ ਡਿਊਟੀ ਹੈ ਸੰਗਤ ਦੇ ਸਾਹਮਣੇ ਸੱਚ ਪੇਸ਼ ਕਰਨਾ, ਜੋ ਤੁਸੀਂ ਕਰਨ ਨਹੀਂ ਦਿੱਤਾ ਖੌਫ ਕਰਕੇ, ਤੇ ਸੰਗਤ ਡਿਸਾਈਡ ਕਰੇਗੀ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਹੈਗਾ। ਇਹਨਾਂ ਸਾਰਿਆਂ ਦਾ ਪਰ ਇੱਕ ਹੀ ਇਰਾਦਾ ਸੀ ਸ਼ੁਰੂ ਤੋਂ। ਜਾਂ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਕਹਿਣਾ ਪ੍ਰਾਈਵੇਟਲੀ ਮਿਲ ਲਓ ਗੁਰਦੇਵ ਤੇ ਪ੍ਰਾਈਵੇਟਲੀ ਗੱਲ ਕਰ ਲਓ, ਹੈਨਾ, ਤੇ ਬਹਿ ਕੇ ਤੇ ਮਾਫੀ ਮੰਗਵਾ ਦਿੰਦੇ ਆ ਤੇ ਗੱਲ ਨੂੰ ਰਫਾ ਦਫਾ ਕਰ ਦੋ। ਤੇ ਉਸ ਤੋਂ ਬਾਅਦ ਜਦੋਂ ਮੈਂ ਕਿਹਾ ਕਿ ਮੈਂ ਵਿਕਣ ਵਾਲਿਆਂ ਚੋਂ ਨਹੀਂ ਹੈਗਾ, ਸਿੱਧੀ ਦੀ ਗੱਲ ਹੈ, ਸੰਗਤ ਦੇ ਨਾਲ ਜੇ ਧੋਖਾ ਹੋਇਆ ਵਾ ਤੇ ਸੰਗਤ ਦੇ ਨਾਲ ਹੀ ਵਿੱਚ ਬਹਿ ਕੇ ਗੱਲ ਹੋਏਗੀ। ਤੇ ਉਸ ਤੋਂ ਬਾਅਦ ਫਿਰ ਲੜਾਈ ਕਰਨ ਨੂੰ ਫਿਰਦੇ ਨੇ, ਗੁੰਡਾਗਰਦੀ ਕਰਨ ਨੂੰ ਫਿਰਦੇ ਨੇ, ਦਬਾਉਣ ਵਾਸਤੇ। ਹੁਣ ਤੁਹਾਡੇ ਸਾਹਮਣੇ ਗਗਨਦੀਪ ਤੇ ਇਹਨਾਂ ਦਾ ਸਾਰਾ ਗਰੁੱਪ ਕੁੱਟਮਾਰ ਧਮਕਾਉਣ ਨੂੰ ਫਿਰਦੇ ਨੇ ਸਾਨੂੰ। ਮੇਰੇ ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਕੁਝ ਕਮੇਟੀ ਮੈਂਬਰ ਇਹਨਾਂ ਦੇ ਵਾਸਤੇ ਕੰਮ ਕਰਦੇ ਨੇ। ਇਹ ਸਾਰੇ ਰਲੇ ਹੋਏ ਨੇ, ਵੱਖ-ਵੱਖ ਝੂਠੇ ਬੰਦੇ ਇੱਕ ਦੂਜੇ ਦੀ ਸਪੋਰਟ ਕਰਦੇ ਨੇ। ਮੈਂ 2 ਮਹੀਨਿਆਂ ਤੋਂ ਵੇਖ ਰਿਹਾ ਵਾਂ, ਆਰਾਮ ਨਾਲ ਬੈਠ ਕੇ ਗੱਲ ਕਰਨਾ ਚਾਹੁੰਦਾ ਸੀ ਮੈਂ, ਪਰ ਇਹ ਸਿੱਧਾ ਲੜਨ ਨੂੰ ਪੈਂਦੇ ਨੇ। ਇਹਨਾਂ ਸਾਰਿਆਂ ਦਾ ਇੱਕ ਸੋਲਿਡ ਫਰੈਂਡ ਸਰਕਲ ਹੈ ਕਮਿਊਨਿਟੀ ਦੇ ਵਿੱਚ ਸਵਾਲ ਜਵਾਬ ਕਰਨ ਵਾਲੇ ਨੂੰ ਦਬਾਉਣ ਦਾ। ਤੇ ਗੁਰੂ ਘਰ ਇਹਨਾਂ ਨੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਬਣਾਈ ਹੈ ਜਿੱਥੇ ਸੱਚ ਬੋਲਣ ਵਾਲੇ ਦੀ ਐਂਟਰੀ ਬਲੌਕ ਕੀਤੀ ਜਾਂਦੀ ਹੈ। ਗਾਲਾਂ, ਧਮਕੀਆਂ, ਜਾਨਲੇਵਾ ਵਾਰਨਿੰਗਸ, ਕੁੱਟਮਾਰ, ਮੇਰੇ ਹੱਥ ਜੋ ਸਬੂਤ ਲੱਗੇ ਨੇ ਤੇ ਜੋ ਸਾਰਾ ਸੱਚ ਹੈ, ਗਗਨਦੀਪ ਤੇ ਇਹਨਾਂ ਦੇ ਸਾਥੀ ਨਹੀਂ ਸੀ ਚਾਹੁੰਦੇ ਕਿ ਸੰਗਤ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਪੇਸ਼ ਹੋਣ। ਮੈਂ 28 ਜੂਨ ਦਾ ਪ੍ਰੋਗਰਾਮ ਉਡੀਕਿਆ ਸੀ, ਜਿਹਦੇ ਵਿੱਚ ਕਿ ਦੂਰੋਂ ਸਾਰੀ ਸੰਗਤ ਨੇ ਆਉਣਾ ਸੀ, ਤਾਂ ਜੋ ਸਾਰਿਆਂ ਦੀ ਗੱਲ ਸਾਰਿਆਂ ਦੇ ਵਿੱਚ ਬਹਿ ਕੇ ਹੋ ਸਕਦੀ, ਪ੍ਰਾਈਵੇਟ ਨਹੀਂ, ਜਿਸ ਤਰ੍ਹਾਂ ਇਹ ਪਹਿਲੇ ਦਿਨ ਤੋਂ ਹੀ ਚਾਹੁੰਦੇ ਸੀ। ਮੈਂ 28 ਜੂਨ ਦਾ ਪ੍ਰੋਗਰਾਮ ਉਡੀਕਿਆ ਸੀ ਸਾਰੀਆਂ ਗੱਲਾਂ ਦੀ ਸਾਂਝ ਪਾਉਣ ਵਾਸਤੇ। ਮੈਂ ਸਾਰੇ ਸਰਕਾਰੀ ਪ੍ਰਬੰਧ ਕਰਕੇ, ਸਾਰੀ ਸਿਕਿਉਰਿਟੀ ਦੇ ਨਾਲ, ਸਾਰੀ ਸੰਗਤ ਨੂੰ ਨਾਲ ਲੈ ਕੇ ਤੇ ਫਿਰ ਗੱਲ ਕਰਨੀ ਸੀਗੀ। ਪਰ ਇਸ ਫੋਟੋ ਵਾਲੇ ਮਿਹਰ ਸਿੰਘ ਨੇ, ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ, ਆਪਣੇ ਆਪ ਨੂੰ ਮੇਰੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਾਉਣ ਵਾਲਾ 28 ਤਰੀਕ ਦਾ ਪ੍ਰੋਗਰਾਮ ਕੈਂਸਲ ਕਰ ਗਿਆ ਗਗਨਦੀਪ ਦੇ ਇਸ਼ਾਰਿਆਂ ਤੇ, ਕਿਉਂਕਿ ਸਾਰੀ ਸੰਗਤ ਸਾਹਮਣੇ ਆ ਕੇ ਪ੍ਰੂਫਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸੀ। ਸ਼ੁਰੂ ਤੋਂ ਹੀ ਪ੍ਰਾਈਵੇਟ ਆਪਸ ਵਿੱਚ ਬਹਿ ਕੇ ਗੱਲ ਕਰਨਾ ਚਾਹੁੰਦੇ ਸੀ। ਪਰ ਮੈਂ ਵਿਕਾਊ ਨਹੀਂ ਹੈਗਾ, ਮੈਂ ਤੁਹਾਨੂੰ ਪਹਿਲੇ ਵੀ ਗੱਲ ਦੱਸੀ ਹੈ। ਗੁਰੂ ਦੀ ਸੰਗਤ ਕੋਲੋਂ ਮੈਂ ਕੋਈ ਚੀਜ਼ ਨਹੀਂ ਲੁਕਾ ਸਕਦਾ ਹੈਗਾ। ਜੇ ਸੰਗਤ ਦੇ ਨਾਲ, ਕਮਿਊਨਿਟੀ ਦੇ ਨਾਲ ਕੋਈ ਗਲਤ ਕੰਮ ਹੋ ਰਿਹਾ ਵੈ ਤਾਂ ਫਿਰ ਆਪਾਂ ਭਾਵੇਂ ਥੋੜੇ ਦਾਣੇ ਵੀ ਹੋਈਏ, ਪਰ ਫਿਰ ਵੀ ਸੱਚ ਦੇ ਉੱਤੇ ਪਹਿਰਾ ਦੇਵਾਂਗੇ, ਸੱਚ ਬੋਲਾਂਗੇ। ਮੈਂ ਜਿੰਨੀ ਵਾਰੀ ਵੀ ਸੰਗਤ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਉਸ ਤੋਂ ਪਹਿਲਾਂ ਆ ਕੇ ਹੀ ਸੱਚੇ ਬਣ ਗਏ ਨੇ। ਮੈਨੂੰ ਇੱਕ ਦਿਨ ਇਸ ਫੋਟੋ ਵਾਲੇ ਹੀ ਮੇਹਰ ਸਿੰਘ ਨੇ ਫੋਨ ਕਰਕੇ ਕਿਹਾ ਕਿ ਮੈਂ ਇਕੱਲਾ ਆਵਾਂ, ਵੱਧ ਤੋਂ ਵੱਧ ਇੱਕ ਬੰਦੇ ਦੇ ਨਾਲ ਆਵਾਂ। ਤੇ ਮੈਂ ਕਿਹਾ ਕਿ ਜਦੋਂ ਆਪਾਂ 28 ਜੂਨ ਨੂੰ ਸਾਰੀ ਸੰਗਤ ਨੇ ਆਉਣਾ ਵਾ ਤੇ ਫਿਰ 20 ਜੂਨ ਨੂੰ ਇਕੱਲੇ ਬਹਿ ਕੇ ਗੱਲ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈਗਾ। ਤੇ ਨਾਲੇ ਕਿਉਂਕਿ ਮੈਂ 28 ਜੂਨ ਨੂੰ ਸਾਰਾ ਹੀ ਪ੍ਰਬੰਧ ਕੀਤਾ ਸੀ, ਸਾਰੀ ਸੰਗਤ ਨੇ ਦੂਰੋਂ ਪਹੁੰਚਣਾ ਸੀਗਾ, ਤੇ ਤੁਸੀਂ ਮੈਨੂੰ ਹੁਣ ਫੋਨ ਕਰਕੇ ਕਹਿ ਰਹੇ ਹੋ ਕਿ ਮੈਂ ਅੱਜ ਆਵਾਂ ਤਾਂ ਜੋ ਸੰਗਤ ਇਹਨੇ ਥੋੜੇ ਟਾਈਮ ਦੇ ਵਿੱਚ ਨਾ ਆ ਸਕੇ। ਤਾਂ ਫਿਰ ਇਹ ਆ ਵੀ ਗਏ ਸੱਚੇ ਬਣਨ ਵਾਸਤੇ, ਜਦ ਮੈਂ ਇਹਨਾਂ ਨੂੰ ਇਨਕਾਰ ਕਰਤਾ ਸੀ। ਤੇ 50-60 ਜਾਣੇ ਆਏ ਤੇ ਮੈਨੂੰ ਇਕੱਲੇ ਨੂੰ ਬੁਲਾ ਰਹੇ ਸੀ ਲੜਾਈ ਦੇ ਇਰਾਦੇ ਦੇ ਨਾਲ। ਆਪਾਂ ਦੇਖੋ ਕਿਸੇ ਕੋਲੋਂ ਡਰਦੇ ਨਹੀਂ ਹੈਗੇ, ਅਸਲ ਵਿੱਚ ਤੇ ਡਰ ਇਹਨਾਂ ਨੂੰ ਹੈ। 50-60 ਜਾਣੇ ਆ ਰਹੇ ਨੇ ਮੈਨੂੰ ਇਕੱਲੇ ਨੂੰ ਸੱਦ ਕੇ, ਡਰ ਤੇ ਇਹਨਾਂ ਨੂੰ ਹੈ। ਇਹ ਮੇਰਾ ਨੇਬਰ ਹੈ ਗਗਨਦੀਪ ਦੀ ਫੁੱਲ ਸਪੋਰਟ ਦੇ ਵਿੱਚ। ਇਹਨਾਂ ਨੇ ਮੇਰਾ ਨੰਬਰ, ਮੇਰੇ ਫੈਮਿਲੀ ਦੇ ਨੰਬਰ, ਮੇਰੇ ਘਰ ਦਾ ਐਡਰੈਸ, ਮੇਰੇ ਪ੍ਰਾਈਵੇਟ ਇਨਫੋਰਮੇਸ਼ਨ, ਇਹ ਸਭ ਪਬਲਿਕਲੀ ਲੀਕ ਕੀਤਾ ਬਿਨਾਂ ਕਿਸੇ ਡਰ ਤੋਂ। ਇਸ ਕਰਕੇ ਹੁਣ ਵੰਨ-ਸਵੰਨੇ ਅਜੀਬ ਲੋਕ ਮੇਰੇ ਘਰ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ ਪਿਛਲੇ ਇੱਕ ਹਫ਼ਤੇ ਤੋਂ। ਇਹ ਸਾਰੇ ਰਲ ਮਿਲ ਕੇ ਗੁੰਡਾਗਰਦੀ ਕਰਦੇ ਨੇ ਕਮਿਊਨਿਟੀ ਦੇ ਵਿੱਚ। ਕਿਸੇ ਗੱਲ ਦਾ ਜਵਾਬ ਨਹੀਂ, ਪਰ ਸੰਗਤ ਨੂੰ ਜਵਾਬ ਦੇਣਾ ਪੈਣਾ ਵਾ, ਅੱਜ ਨਹੀਂ ਤੇ ਕੱਲ। ਕਦੋਂ ਤੱਕ ਇਦਾਂ ਕਰੋਗੇ? ਬਾਕੀ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਵਾ ਕਿ ਕਿਵੇਂ ਅੱਜ ਵੀ ਧਰਮ ਦਾ ਇਸਤੇਮਾਲ ਕੀਤਾ ਜਾਂਦਾ ਵਾ ਮਸ਼ਹੂਰ ਹੋਣ ਵਾਸਤੇ, ਆਪਣੇ ਬੈਨੀਫਿਟ ਵਾਸਤੇ। ਕਿਵੇਂ ਇੱਦਾਂ ਦੇ ਗੁੰਡਾਗਰਦੀ ਟੈਬ ਗਰੁੱਪ ਹਜੇ ਵੀ ਸਾਡੇ ਕਮਿਊਨਿਟੀ ਦੇ ਵਿੱਚ ਹੈਗੇ ਨੇ। ਬਹੁਤ ਕੋਸ਼ਿਸ਼ ਕੀਤੀ ਗਈ ਹੈ ਕੁੱਟਮਾਰ ਕਰਨ ਦੀ, ਦਬਾਉਣ ਦੀ, ਤੇ ਜੇ ਅੱਜ ਦਾਸ ਦੇ ਪਰਿਵਾਰ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਖਤਰਾ ਵਾ ਤੇ ਕੋਈ ਗੱਲ ਨਹੀਂ, ਕਮ ਸੇ ਕਮ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੱਚ ਦੇ ਮਾਰਗ ਤੇ ਪਹਿਰਾ ਦਿੱਤਾ ਵਾ। ਤੇ ਅੱਜ ਚਲੋ ਇੰਨਾ ਕੀ ਬਹੁਤ ਹੈ ਕਿ ਸਾਰਾ ਜਿਹੜਾ ਸੱਚ ਆ ਉਹ ਸਾਹਮਣੇ ਆ ਗਿਆ ਵਾ, ਜੋ ਕਿ ਇਹ ਪਹਿਲੇ ਦਿਨ ਤੋਂ ਹੀ ਸੰਗਤ ਕੋਲੋਂ ਲੁਕਾਉਣਾ ਚਾਹੁੰਦੇ ਸੀਗੇ, ਜੋ ਕਿ ਪਹਿਲੇ ਦਿਨ ਤੋਂ ਹੀ ਚਾਹੁੰਦੇ ਸੀ ਕਿ ਸੱਚ ਸਾਰਿਆਂ ਸਾਹਮਣੇ ਕਿਤੇ ਪੇਸ਼ ਨਾ ਹੋ ਜਾਵੇ, ਜਿਹੜੀ ਗੱਲਬਾਤ ਹੈ ਉਹ ਸਾਰਿਆਂ ਸਾਹਮਣੇ ਕਿਤੇ ਆ ਨਾ ਜਾਵੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਨੇ ਜੀ, ਇਨਸਾਨ ਦੀ ਮੌਤ ਸਰੀਰਕ ਮੌਤ ਨਾਲ ਨਹੀਂ ਹੁੰਦੀ, ਜ਼ਮੀਰ ਦੇ ਮਰਨ ਨਾਲ ਹੁੰਦੀ ਹੈ। ਜ਼ਮੀਰ ਜਿਹਦੀ ਮਰ ਜਾਵੇ ਉਹ ਇਨਸਾਨ ਹੀ ਮਰ ਚੁੱਕਾ ਹੁੰਦਾ ਵਾ, ਤੇ ਬਦਕਿਸਮਤੀ ਦੇ ਨਾਲ ਇੱਥੇ ਬਹੁਤਿਆਂ ਦੀ ਜ਼ਮੀਰ ਮਰੀ ਹੋਈ ਹੈ।
ਬਾਕੀ ਮਿਲਾਂਗੇ, ਬੜੀ ਜਲਦੀ ਮਿਲਾਂਗੇ। ਹੁਣ ਪਹਿਲੇ ਵਾਂਗੂ ਇੰਨਾ ਟਾਈਮ ਨਹੀਂ ਲੱਗੇਗਾ। ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਜਿਹੜੀਆਂ ਹੋਰ ਗੱਲਾਂ ਨੇ ਜੋ ਮੈਂ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰੂੰਗਾ। ਦੇਖੋ ਗਲਤ ਗੱਲਾਂ ਤੇ ਬਹੁਤ ਨੇ ਤੇ ਕੋਈ ਨਹੀਂ, ਹੁਣ ਇੰਨਾ ਟਾਈਮ ਨਹੀਂ ਲੱਗੇਗਾ ਪਹਿਲੇ ਵਾਂਗੂ। ਬੜੀ ਦੇਖੋ ਸ਼ਰਮ ਵਾਲੀ ਗੱਲ ਹੈ ਕਿ ਇਹ ਸਾਰੀਆਂ ਗੱਲਾਂ ਮੈਂ ਸੰਗਤ ਦੇ ਵਿੱਚ ਬਹਿ ਕੇ ਪਿਆਰ ਨਾਲ ਕਰਨੀਆਂ ਸੀ, ਪਰ ਗਗਨਦੀਪ ਤੇ ਇਹਨਾਂ ਦੇ ਸਾਥੀਆਂ ਨੇ ਸਾਡੀ ਹਰ ਇੱਕ ਮੀਟਿੰਗ ਨੂੰ ਕੈਂਸਲ ਕਰਵਾਤਾ। ਪ੍ਰੋਪਗੈਂਡਾ ਖੇਡਿਆ, ਝੂਠ ਬੋਲਿਆ, ਧਮਕੀਆਂ ਦਿੱਤੀਆਂ, ਕਿਉਂਕਿ ਪਤਾ ਸੀ ਕਿ ਜੇ ਗੱਲਾਂ ਸੰਗਤ ਦੇ ਸਾਹਮਣੇ ਆ ਗਈਆਂ ਤੇ ਇਹਨਾਂ ਦਾ ਸਾਰਾ ਝੂਠ ਫੜਿਆ ਜਾਣਾ ਵਾ। ਬਾਕੀ ਹੁਣ ਮੈਨੂੰ ਆਗਿਆ ਦਿਓ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਭਰੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।